ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਮਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਬੋਲਤ ਸਾਚ ਪਰਮ ਗਤ ਪਾਏ। ਪਰਿਓ ਰਹੋ ਸਤਿਗੁਰ ਸ਼ਰਨਾਈ। ਬਿਸ਼ਨ ਦਾਸ ਮਾਣਕ ਚੰਦ ਪੂਰੋ। ਤਿਨਹੁ ਆਏ ਗੁਰੂ ਹਜ਼ੂਰੋ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲਤ ਸਾਚ ਪਰਮ ਗਤ ਪਾਈ। ਪਰਿਓ ਰਹੋ ਸਤਿਗੁਰ ਸ਼ਰਨਾਈ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਭਾਈ ਤੀਰਥਾ ਧੰਨ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਆਇਆ ਕਿ ਸਤਿਗੁਰੂ ਜੀ ਕਿਰਪਾ ਕਰੋ, ਕੋਈ ਉਪਦੇਸ਼ ਬਖਸ਼ੋ। ਔਰ ਸਤਿਗੁਰੂ ਜੀ ਨੇ ਉਦਾਹਰਨਾਂ ਦੇ ਕੇ ਸਮਝਾਇਆ ਪਈ ਗੁਰੂ ਕੇ ਸਿੱਖ ਨੇ ਸੱਚ ਬੋਲਣਾ ਹੈ, ਝੂਠ ਬੋਲਣਾ ਸਭ ਤੋਂ ਵੱਡਾ ਪਾਪ ਹੈ। ਔਰ ਨਾਲ ਇਹ ਵੀ ਸਮਝਾਇਆ ਕਿ ਐਸਾ ਸੱਚ ਵੀ ਨਹੀਂ ਕਿ ਜਿਹੜਾ ਸੱਚ ਬੋਲ ਕੇ ਕਿਸੇ ਦਾ ਐਡਾ ਨੁਕਸਾਨ ਹੋ ਜਾਏ ਕਿ ਜਾਨ ਤੱਕ ਜਾਂਦੀ ਰਹੇ। ਉਵੇਂ ਦੀ ਥਾਂ 'ਤੇ ਜਿੱਥੇ ਕਿਸੇ ਦਾ ਕੁਝ ਭਲਾ ਹੋ ਸਕਦਾ ਹੋਵੇ ਤੇ ਫਿਰ ਉੱਥੇ ਸੱਚ ਨੂੰ ਲੁਕੋ ਵੀ ਲੈਣਾ ਚਾਹੀਦਾ ਹੈ। ਔਰ ਗੁਰੂ ਸਾਹਿਬ ਜੀ ਫਿਰ ਸਮਝਾਉਂਦੇ ਨੇ ਵੀ ਝੂਠ ਨਹੀਂ ਬੋਲਣਾ, ਬੋਲਣਾ ਸੱਚ ਹੈ, ਪਰ ਉਹ ਵੀ ਪਰਖ ਕਰਕੇ ਕਿ ਕਿਸੇ ਭਲੇ ਬੰਦੇ ਦਾ ਨੁਕਸਾਨ ਹੁੰਦਾ ਹੋਵੇ ਤਾਂ ਉੱਥੇ ਸੱਚ ਨੂੰ ਕੁਝ ਲੁਕੋ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਕਹਿੰਦੇ ਭਾਈ ਤੀਰਥੇ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਇਆ। ਚਰਨ ਕਮਲ ਪਾਰ ਕਰਿਓ ਪ੍ਰਣਾਮ। ਬੋਲਤ ਸਾਚ ਪਰਮ ਗਤ ਪਾਈ। ਪਰਿਓ ਰਹੋ ਸਤਿਗੁਰ ਸ਼ਰਨਾਈ। ਪਰਿਓ ਰਹੋ, ਭਾਈ ਤੀਰਥਾ ਹਰ ਵੇਲੇ ਗੁਰੂ ਦੇ ਸ਼ਰਨ ਵਿੱਚ ਹੀ ਰਿਹਾ। ਅਤੇ ਹਰ ਵੇਲੇ ਸ਼ਰਨ ਦੇ ਵਿੱਚ ਰਹਿਣ ਦਾ ਮਤਲਬ ਇਹ ਨਹੀਂ ਸੀ ਕਿ ਉਹ ਗੋਬਿੰਦਵਾਲ ਸਾਹਿਬ ਜਾਂ ਅੰਮ੍ਰਿਤਸਰ ਦੇ ਵਿੱਚ ਹੀ ਰਿਹਾ, ਕਿ ਉਹ ਜਿੱਥੇ ਵੀ ਜਾਂਦਾ ਸੀ ਗੁਰੂ ਸਾਹਿਬ ਦੇ ਨਾਲ ਬਚਨਾਂ ਨੂੰ ਬਿਲਕੁਲ ਚੇਤੇ ਰੱਖਦਾ ਸੀ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਾ ਸੀ। ਔਰ ਸੱਚ ਦੇ ਰਾਹ ਤੋਂ ਚੱਲਿਆ, ਸੱਚ ਨੂੰ ਕਮਾਇਆ। ਬਿਸ਼ਨ ਦਾਸ ਮਾਣਕ ਚੰਦ ਪੂਰੋ। ਤਿੰਨੋਂ ਆਏ ਗੁਰੂ ਹਜ਼ੂਰੋ। ਇਸੇ ਤਰ੍ਹਾਂ ਕਵੀ ਰਾਜ ਅੱਗੇ ਲਿਖਦੇ ਨੇ ਕਿ 3 ਸਿੱਖ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਬਿਸ਼ਨ ਦਾਸ ਹੈ, ਦੂਸਰਾ ਮਾਣਕ ਚੰਦ ਅਤੇ ਤੀਸਰਾ ਭਾਈ ਪੂਰੋ। ਇਹ ਤਿੰਨੇ ਸਤਿਗੁਰੂ ਧੰਨ ਗੁਰੂ ਰਾਮਦਾਸ ਦੇ ਸ਼ਰਨ ਵਿੱਚ ਆਏ ਨੇ। ਚਰਨ ਕਮਲ ਪਾਰ ਕਰਿਓ ਪ੍ਰਣਾਮ। ਬੈਠ ਕਰਿਓ ਦਰਸ਼ਨ ਅਬਿਰਾਮ। ਤਿੰਨਾਂ ਨੇ ਆ ਕੇ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕੀਤੀ, ਮੱਥਾ ਟੇਕਿਆ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਾਹਮਣੇ ਹੱਥ ਜੋੜ ਕੇ ਬੈਠ ਗਏ। ਹੱਥ ਜੋੜ ਕਰ ਅਰਜ ਗੁਜ਼ਾਰੀ। ਜਨਮ ਮਰਨ ਤੇ ਲਹੂ ਉਭਾਰੀ। ਕਹਿੰਦੇ ਇਹਨਾਂ ਤਿੰਨਾਂ ਸਿੱਖਾਂ ਨੇ ਭਾਈ ਬਿਸ਼ਨ ਦਾਸ, ਮਾਣਕ ਚੰਦ ਤੇ ਭਾਈ ਪੂਰੋ
हथ जोड़ के सतगुरु के चरणों च अरदास बेनती की, सतगुरु जी कृपा करो कि जन्म मरण के चक्कर विचों कढ़ लो, ये परत परत के जमना मरना ना पवे। सहत कुटुंब होए कल्याणे, अस कीजे उपदेश महाने। ते सतगुरु जी कृपा करो केवल साडे कल्याण दा नहीं, पूरे परिवार का भी कल्याण होवे, भला होवे, सारा परिवार ही जन्म मरण के चक्कर चों बच जाए। कोई इस तरह का उपदेश दिओ कि जिन्हों कमा के नाल साडे नाल साडे परिवार का भी भला होवे। करो वाक तब श्री गुरुदेवा, करो आप गुर सिखण सेवा। ये सुन के धन गुरु रामदास जी ने फिर बचन किए कि भाई सब तो सौखा तरीका है कि गुरु के सिखां की सेवा करया करो, गुरसिखां की सेवा करो। बनता सुत तनुजा सिखरावो, कह तिनते सेवा करवावो। ते नाल ही गुरु साहब जी कहते जे तुसीं चाहुंदे साडे परिवार का भी भला होवे ते भाई ये सेवा करनी शुरू करो, और अपनी बनता घर वाली पुत्र धी सारे परिवार नूं भी सेवा करन दा ढंग सिखाओ। कह तिन ते सेवा करवाओ, उन्होंने कह कह के सिखां की सेवा करवाया करो, क्योंकि बहुते घरां विच हुंदा है किते जिहड़े वीर ने वो गुरसिखां की सेवा करके बड़े प्रसन्न हुंदे, और घर वाली या बच्चे बिल्कुल इस पासे चलते ही नहीं कि बिल्कुल ये कह लिया कि पसंद ही नहीं करते कि। और किसी घर में बीबियां दे विच इन्ना प्रेम हुंदा है कि वो सेवा करदियां ने, पर भाई उन्हां तो खिंचदे ने कि ये किहड़े पासे तुर पई। और गुरु साहब जी ने तो बचन किया, भाई केवल आप नहीं, शुरू शुरू दे विच कह कह के करवाओगे, हौली हौली प्यार बनेगा। घर वाली नूं समझाओ, पुत्र नूं समझाओ, धी नूं समझाओ, सेवा जरूर करो जे सारिਆਂ ਦਾ भला चाहुंदे हो। और सब तो सौखा ढंग है गुरु के सिखां की सेवा। लखो वाहिगुरु के हम दास, तिम सुत सुता दास गुर पास। और नाल ही गुरु साहब की सेवा करने का ढंग भी दस देंगे, क्योंकि साडी सेवा करनी कुछ होर है। पंजा ਸਿੰਘਾਂ ਨੂੰ प्रसादा भी छका दिता, और फिर किते ना किते मन में बैठता कि असी छकाया, ਸਿੰਘਾਂ ਨੂੰ प्रसादा असी सिखाया। पर गुरु साहब जी कहते हैं जदों सेवा करनी है ना, भी सेवा अपने आप को वाहिगुरु के दास समझना है, गुरु के नौकर समझना है। क्योंकि दास का सीधा अखर जे करिए, अर्थ अखर करिए तो नौकर है। गुरु के नौकर अपने आप को समझ के सेवा करनी है कि ये जड़ियाँ दातां दित्तियां ने, इन्हां दातां दा मालक मेरा गुरु है, देन वाला दाता वो है। मैं तो उनके दातां दे दिते हुए दे राखी कर रहा, उनका सेवक हाँ, नौकर हाँ। और कहते तिम सुत सुता दास गुर पास। भाई इस तरह धी पुत्र भी जड़े ने हौली हौली उन्होंने भी समझाना, वो भी समझणगे। तो समझाना यही है कि मेरा मुझ में किश नहीं, जो कुछ है सो तेरा। कि उनका दिता होया सेवा उनके दिते हुए दे विचों करनी, असीं तो उनके दास हाँ। जथा खसम के दर पर घूरा, चाकर चढ़ आवे दे शूरा। हुण इत्थे कविराज ने उदाहरण दिती, कहते जिस तरह मालक दे घर दा घोड़ा होवे ते नौकर उस घोड़े ते चढ़ के मालक दे घर आवे, जब मालक नूं छड्डण वास्ते आवे, मालक दे घर घोड़े ते चढ़ के आवे। तब सब चिंत खसम को होए, खान पान दे भुखे सोए। नौकर ते जिहड़ा घोड़ा मालक दे घरे छड्ड आवे ते फिर उस घोड़े की जिहड़ी फिक्र है, चिंता है, वो सारी मालक नूं हुंदी है कि उसका खाना पीना, उनका प्रबंध करना है, उन्होंने पालना किवें है। हुण सतगुरु ने इत्थे कृपा करके समझाया भी इस तरह जे घोड़े की तरह अपने आप को मालक का दास समझे तो फिर चिंता मालक नूं है। और गुरु साहब ने पावन बचन कहे ने,
ਜਿਹੜੇ ਦਾਸ ਬਣ ਗਏ ਜਿਨ੍ਹਾਂ ਨੇ ਸੱਚਮੁੱਚ ਆਪਣੇ ਆਪ ਨੂੰ ਸਮਝਿਆ ਕਿ ਅਸੀਂ ਤੇਰੇ ਹਾਂ, ਫਿਰ ਉੱਥੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਨਾਨਕ ਚਿੰਤਾ ਮਤ ਕਰੋ, ਜੇ ਤੂੰ ਬਣ ਗਿਆ ਹੈ ਗੁਰੂ ਦਾ ਫਿਰ ਚਿੰਤਾ ਨਾ ਕਰ, ਚਿੰਤਾ ਤਿਸ ਹੀ ਹੈ। ਔਰ ਪੂਰਾ ਸਲੋਕ ਹੈ ਕਿ ਉਹ ਰੱਬ ਨੇ ਜਲ ਦੇ ਵਿੱਚ ਜੀਵ ਪੈਦਾ ਕੀਤੇ, ਉਹਨਾਂ ਨੂੰ ਰਿਜ਼ਕ ਜਲ ਦੇ ਵਿੱਚੋਂ ਦੇ ਦਿੱਤਾ। ਉਸ ਸਮੁੰਦਰ ਦੇ ਵਿੱਚ ਜਿੱਥੇ ਨਾ ਕੋਈ ਹੱਟ ਚੱਲਦੀ ਹੈ ਨਾ ਕੋਈ ਹਲ ਵਗਦਾ ਹੈ, ਪਰ ਰੱਬ ਉੱਥੇ ਵੀ ਉਹਨਾਂ ਦੀ ਦਾਤ ਦਾ ਇੰਤਜ਼ਾਮ ਕਰਦਾ ਹੈ ਨਾ। ਜੇ ਤੂੰ ਦਾਸ ਬਣ ਜੇ ਫਿਰ ਚਿੰਤਾ ਤੈਨੂੰ ਨਹੀਂ, ਚਿੰਤਾ ਮਾਲਕ ਨੂੰ ਹੈ। ਤਿਮ ਆਪਣੋ ਸਗਰੋ ਪਰਿਵਾਰ, ਸੌਂਪੇ ਸਤਿਗੁਰੂ ਕੇ ਦਰਬਾਰ। ਇਸੇ ਤਰ੍ਹਾਂ ਭਾਈ ਕੇਵਲ ਆਪ ਨੇ ਆਪਣੇ ਸਾਰੇ ਪਰਿਵਾਰ ਨੂੰ ਹੌਲੀ ਹੌਲੀ ਸਮਝਾਉਣਾ ਹੈ। ਭਾਵਨਾ ਬਣੇਗੀ ਕਿ ਸਾਰੇ ਪਰਿਵਾਰ ਨੂੰ ਹੀ ਗੁਰੂ ਦਰਬਾਰ ਵਿੱਚ ਸੌਂਪ ਦੇਣਾ ਹੈ, ਗੁਰੂ ਚਰਨਾਂ ਵਿੱਚ ਸੌਂਪ ਦੇਣਾ ਕਿ ਅਸੀਂ ਤੇਰੇ ਹਾਂ। ਤੇ ਭਾਈ ਜੇ ਤੂੰ ਰੱਬ ਦਾ ਹੋ ਜੇ, ਤੂੰ ਗੁਰੂ ਦਾ ਹੋ ਜੇ, ਤੇ ਫਿਰ ਇਹ ਚਿੰਤਾ ਗੁਰੂ ਨੂੰ ਹੈ। ਤਜੇ ਆਪਣ ਪੋ ਤਿਨ ਤੇ ਘਣੋ, ਜਾਣੇ ਤਰੀ ਮੇਲ ਗਨ ਮਨੋ। ਬਸ ਆਪਣੇ ਅੰਦਰ ਦੀ ਜਿਹੜੀ ਆਪਣਤ ਹੈ, ਆਪਣਤ ਹੈ, ਮੈਂ ਹੈ, ਬੜੀ ਡੂੰਘੀ ਹੈ, ਪਰ ਇਹਨੂੰ ਛੱਡ ਦੇਵੇ। ਆਪਣੇ ਆਪ ਨੂੰ ਬਸ ਇੰਨਾ ਸਮਝੇ ਕਿ ਮੈਂ ਤੇ ਉਸ ਬੇੜੀ ਦੇ ਇੱਕ ਮੇਲ ਵਾਂਗ ਹਾਂ। ਬੇੜੀ ਦੇ ਵਿੱਚ ਬੈਠ ਕੇ ਨਦੀ ਨੂੰ ਪਾਰ ਕਰਨਾ ਹੈ। ਬੇੜੀ ਨੇ ਆਪਣੇ ਟਿਕਾਣੇ ਚਲੇ ਜਾਣਾ ਹੈ, ਨਾਲ ਦੇ ਸੰਗੀ ਸਾਥੀਆਂ ਨੇ ਆਪੋ ਆਪਣੇ ਟਿਕਾਣੇ ਚਲੇ ਜਾਣਾ ਹੈ। ਇਹ ਪਰਿਵਾਰ ਬਸ ਬਿਲਕੁਲ ਉਸ ਬੇੜੀ ਦੇ ਪੂਰ ਦੀ ਤਰ੍ਹਾਂ ਹੈ। ਬਿਸ਼ਨ ਦਾਸ ਮਾਣਕ ਚੰਦ ਪੂਰੋ, ਸੁਣ ਗੁਰ ਕੋ ਉਪਦੇਸ਼ਨ ਰੂਰੋ। ਔਰ ਗੁਰੂ ਸਾਹਿਬ ਜੀ ਨੇ ਜਦੋਂ ਸਮਝਾਇਆ ਕਿ ਭਾਈ ਸੇਵਾ ਕਰਨੀ ਹੈ, ਭਾਈ ਬਿਸ਼ਨ ਦਾਸ ਜੀ ਹੱਥ ਜੋੜ ਕੇ ਪੁੱਛਦੇ ਨੇ ਸਤਿਗੁਰੂ ਜੀ ਸੇਵਾ ਕਿਹੜੇ ਢੰਗ ਦੀ ਕਰਨੀ ਹੈ? ਸਿੱਖਾਂ ਦੀ ਸੇਵਾ ਕਰਨੀ ਹੈ। ਤੇ ਗੁਰੂ ਸਾਹਿਬ ਜੀ ਉੱਤੇ ਕਿਰਪਾ ਕਰਦੇ ਨੇ, ਭੋਜਨ ਬਸਤਰ ਭਲੇ ਪਹੁੰਚਾਵੇ, ਸ਼੍ਰੇ ਕਰੇ ਗਨ ਕਸ਼ਟ ਮਿਟਾਵੇ। ਭਾਈ ਸੇਵਾ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ, ਕਿਸੇ ਨੂੰ ਭੋਜਨ ਦੀ ਲੋੜ ਹੈ ਭੋਜਨ ਛਕਾ ਦੇ, ਕਿਸੇ ਨੂੰ ਬਸਤਰ ਦੀ ਲੋੜ ਹੈ ਉਹਨੂੰ ਬਸਤਰ ਦੇ ਦੇ, ਕਿਸੇ ਨੂੰ ਧਨ ਰੁਪਈਏ ਪੈਸੇ ਦੀ ਲੋੜ ਹੈ, ਜੇ ਤੇਰੇ ਕੋਲ ਹੈ ਜਥਾਜੋਗ ਉਹਦੀ ਮਦਦ ਕਰਦੇ। ਇਹ ਸਾਰੀ ਸੇਵਾ ਹੈ। ਕੋਈ ਦੂਰੋਂ ਚੱਲ ਕੇ ਆਇਆ ਹੈ, ਥੱਕਿਆ ਹੋਇਆ ਹੈ, ਵੀ ਉਹਦੇ ਲੱਤਾਂ ਨੂੰ ਜਿਹੜੇ ਪੈਰਾਂ ਨੂੰ ਉਹਨਾਂ ਨੂੰ ਮੁੱਠੀ ਭਰਦੇ, ਉਹਨਾਂ ਦੇ ਲੱਤ ਪੈਰ ਧੁਆਦੇ, ਹੱਥ ਪੈਰ, ਇਹ ਸਭ ਤੋਂ ਵੱਡੀ ਸੇਵਾ ਹੈ। ਬਿਸ਼ਨ ਦਾਸ ਮਾਣਕ ਚੰਦ ਪੂਰ, ਸੁਣ ਗੁਰ ਕੋ ਉਪਦੇਸ਼ਨ ਰੂਰੋ। ਕਹਿੰਦੇ ਭਾਈ ਬਿਸ਼ਨ ਦਾਸ, ਭਾਈ ਮਾਣਕ ਚੰਦ ਤੇ ਭਾਈ ਪੂਰੋ, ਇਹਨਾਂ ਤਿੰਨਾਂ ਨੇ ਜਦੋਂ ਗੁਰੂ ਸਾਹਿਬ ਦਾ ਇਹ ਉਪਦੇਸ਼, ਸੋਹਣਾ ਉਪਦੇਸ਼ ਸੁਣਿਆ, ਕਰਿਓ ਕਮਾਵਣ ਨੇਕੇ ਮਾਨ, ਅੰਤ ਕਾਲ ਪ੍ਰਾਪਤ ਕਲਿਆਣ। ਔਰ ਫਿਰ ਇਹਨਾਂ ਨੇ ਸੁਣ ਕੇ ਉਹ ਛੱਡਿਆ ਨਹੀਂ, ਕਿਉਂਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸੁਣਿਆ, ਮੰਨਿਆ, ਮਨ ਕੀਤਾ ਭਾਉ। ਇਹਨਾਂ ਨੇ ਸੁਣਿਆ ਵੀ ਤੇ ਸੁਣ ਕੇ ਫਿਰ ਉਹਨੂੰ ਮੰਨਿਆ ਵੀ, ਆਪਣੇ ਮਨ ਦੇ ਵਿੱਚ ਉਹ ਭਾਉ ਪ੍ਰੇਮ ਲਿਆਂਦਾ ਵੀ। ਔਰ ਅੰਤ ਸਮੇਂ ਨੂੰ ਕਹਿੰਦੇ ਇਹਨਾਂ ਨੂੰ ਉਹ ਕਲਿਆਣ ਪ੍ਰਾਪਤ ਹੋਇਆ ਜਿਹੜਾ ਚਾਹੁੰਦੇ ਸਨ। ਜਨਮ ਮਰਨ ਤੋਂ ਇਹਨਾਂ ਦਾ ਛੁਟਕਾਰਾ ਹੋਇਆ। ਔਰ ਇਹ ਸਤਿਗੁਰੂ ਦੇ ਪਾਵਨ ਬਚਨ ਨੇ, ਭਗਤ ਜੀ ਕਹਿੰਦੇ ਨੇ ਕਿ ਅੰਤ ਸਮੇਂ ਜਿਵੇਂ ਦੀ ਭਾਵਨਾ ਹੋਵੇ, ਜਿਵੇਂ ਦਾ ਸਿਮਰਨ ਹੋਵੇ, ਰੱਬ ਖੇਡ ਫਿਰ ਉਸੇ ਤਰ੍ਹਾਂ ਦੀ ਬਣਾ ਦਿੰਦਾ ਹੈ। ਕਿ ਅੰਤ ਸਮੇਂ ਨਾਰਾਇਣ ਸਿਮਰੈ, ਐਸੇ ਚਿੰਤਾ ਮੇ ਜੇ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਵਸੈ। ਭਗਤ ਤ੍ਰਿਲੋਚਨ ਜੀ ਕਹਿੰਦੇ ਨੇ ਅੰਤ ਸਮੇਂ ਗੁਰੂ ਚੇਤੇ ਸੀ, ਗੁਰੂ ਨੇ, ਰੱਬ ਨੇ, ਪਰਮੇਸ਼ਰ ਨੇ ਖੇਡ ਬਣਾ ਦਿੱਤੀ। ਜਨਮ ਮਰਨ ਤੋਂ ਇਹਨਾਂ ਨੂੰ ਛੁਟਕਾਰਾ ਮਿਲ ਗਿਆ। ਸੁਣ ਗੁਰ ਬਚਨ ਭਇਓ ਉਰ ਤਰਾਸ, ਸਿੱਖ ਪਦਾਰਥ ਤਾਰੂ ਭਾਰੂ, ਤਿੰਨੋਂ ਚੱਲ ਆਏ ਗੁਰਦੁਆਰੂ। ਕਹਿੰਦੇ ਇਸੇ ਤਰ੍ਹਾਂ ਤਿੰਨ ਸਿੱਖ ਹੋਰ, ਇੱਕ ਭਾਈ ਪਦਾਰਥ, ਇੱਕ ਭਾਈ ਤਾਰੂ ਤੇ ਇੱਕ ਭਾਈ ਭਾਰੂ।
ਇਹ ਤਿੰਨੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਆਏ, ਗੁਰਦੁਆਰੇ ਆਏ। ਆਗੇ ਲਾਗਿਓ ਵੱਡ ਦੀਵਾਨ, ਕਥਾ ਕੀਰਤਨ ਹੋਤ ਮਹਾਨ। ਅੱਗੇ ਵੱਡਾ ਦਰਬਾਰ ਸੱਜਿਆ ਹੋਇਆ ਸੀ, ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ। ਸਿੱਖ ਸੰਗਤਾਂ ਬੈਠ ਕੇ ਸਰਵਣ ਕਰ ਰਹੀਆਂ ਸਨ। ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਸਾਰਿਆਂ ਦੇ ਵਿੱਚ ਬਿਰਾਜੇ ਹੋਏ ਸਨ। ਸੁਣ ਗੁਰ ਬਚਨ ਭਇਓ ਉਰ ਤਰਾਸ, ਹਾਥ ਜੋਰ ਕੀਨੀ ਅਰਦਾਸ। ਕਿਉਂਕਿ ਇਹ ਜਿਹੜੇ ਬਚਨ ਸਿੱਖਾਂ ਨੂੰ ਗੁਰੂ ਸਾਹਿਬ ਜੀ ਕਹਿ ਰਹੇ ਸਨ ਕਿ ਭਾਈ ਸੇਵਾ ਕਰੋ, ਜਨਮ ਮਰਨ ਤੋਂ ਛੁਟਕਾਰਾ ਮਿਲ ਜਾਏਗਾ। ਸੇਵਾ ਸਿਮਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ, ਕੋਈ ਉਪਾਅ ਨਹੀਂ ਕਿ ਜਨਮ ਮਰਨ ਤੋਂ ਬਚਿਆ ਜਾਏ। ਇਹਨਾਂ ਤਿੰਨਾਂ ਸਿੱਖਾਂ ਨੇ ਭਾਈ ਪਦਾਰਥ, ਭਾਈ ਤਾਰੂ ਤੇ ਭਾਰੂ ਨੂੰ ਜਦੋਂ ਸੁਣਿਆ ਤੇ ਮਨ ਵਿੱਚ ਬੜੇ ਡਰੇ। ਇਹਨਾਂ ਨੇ ਹੱਥ ਜੋੜ ਕੇ ਅਰਦਾਸ ਕੀਤੀ, ਹਮ ਕੁਟੰਬ ਮਹਿ ਅਧਿਕ ਲਪੇਟੇ, ਪੜਨ ਸੁਣ ਗੁਰ ਸ਼ਬਦ ਨਾ ਭੇਟੇ। ਇਹ ਤਿੰਨੇ ਕਹਿੰਦੇ ਨੇ ਸਤਿਗੁਰੂ ਜੀ ਅਸੀਂ ਤੇ ਪਰਿਵਾਰਕ ਧੰਦਿਆਂ ਦੇ ਵਿੱਚ ਬੜੇ ਫਸੇ ਹਾਂ, ਸਾਨੂੰ ਗੁਰੂ ਦਾ ਸ਼ਬਦ ਪੜ੍ਹਨਾ ਨਹੀਂ ਆਉਂਦਾ, ਸਾਨੂੰ ਸੁਣਨ ਨੂੰ ਨਹੀਂ ਮਿਲਦਾ, ਸਮਝ ਨਹੀਂ ਮਿਲਦਾ, ਸੁਣਨ ਵਾਸਤੇ ਧਰਮਸ਼ਾਲਾ ਵਿੱਚ ਵੀ ਨਹੀਂ ਜਾਇਆ ਜਾਂਦਾ। ਸਤ ਸੰਗਤ ਹੋ ਨਹਿ ਕਿਸ ਬਾਰ, ਗੁਰ ਜੀ ਕਿਮ ਹੋਏ ਹਮ ਹੋ ਉਧਾਰ। ਤੇ ਸਤਿਗੁਰੂ ਜੀ ਧੰਦਿਆਂ ਦੇ ਵਿੱਚ ਇੰਨੇ ਫਸੇ ਹਾਂ ਕਿ ਸਤ ਸੰਗਤ ਹੁੰਦੀ ਨਹੀਂ, ਤੇ ਸਤ ਸੰਗਤ ਤੋਂ ਬਿਨਾਂ ਸਾਡਾ ਜਿਹੜਾ ਉਧਾਰ ਉਹ ਕਿਵੇਂ ਹੋਵੇ। ਆਏ ਪਰੇ ਅਬ ਸ਼ਰਨ ਤੁਮਾਰੇ, ਕਰੋ ਆਪ ਕਲਿਆਣ ਹਮਾਰੇ। ਸਤਿਗੁਰੂ ਜੀ ਅਸੀਂ ਹੁਣ ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੁਹਾਡੇ ਤੋਂ ਬਿਨਾਂ ਹੋਰ ਸਾਡਾ ਕੋਈ ਨਹੀਂ, ਕਿਰਪਾ ਕਰੋ ਹੁਣ ਸਾਡਾ ਵੀ ਕਲਿਆਣ ਕਰੋ, ਸਾਨੂੰ ਵੀ ਕੋਈ ਉਪਦੇਸ਼ ਦਿਓ। ਰਾਮਦਾਸ ਗੁਰ ਗਿਰਾ ਬਖਾਨੀ, ਵਾਹਿਗੁਰੂ ਸਿਰਜੇ ਜੇ ਪ੍ਰਾਨੀ। ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਇੱਥੇ ਬਚਨ ਕੀਤੇ ਕਿ ਭਾਈ ਪਦਾਰਥ ਜੀ, ਭਾਈ ਤਾਰੂ ਜੀ, ਭਾਈ ਭਾਰੂ ਜੀ ਸੁਣੋ। ਉਸ ਵਾਹਿਗੁਰੂ ਨੇ, ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਪ੍ਰਾਣੀ ਸਿਰਜੇ ਨੇ, ਜਿੰਨੇ ਪ੍ਰਾਣੀ ਬਣਾਏ ਨੇ, ਕੇਵਲ ਮਨੁੱਖ ਨਹੀਂ, ਇਹ 84 ਲੱਖ ਜਿੰਨੇ ਵੀ ਬਣਾਏ ਨੇ, 84 ਲੱਖ ਜੂਨ ਸਬਾਈ, ਜਿੰਨੇ ਵੀ ਸਾਰੇ ਜੂਨਾਂ ਨੇ, ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ 84 ਲੱਖ ਜੂਨ ਉਪਾਈ। ਰਿਜਕ ਦਿਆ ਸਭ ਹੂੰ ਕੋ ਤਦ ਕਾ। ਉਦੋਂ ਦਾ ਦਿੰਦਾ ਆ ਰਿਹਾ ਤੇ ਦਿੰਦਾ ਹੈ, ਦਿੰਦਾ ਰਹੇਗਾ। ਤੇ ਭਾਈ ਸੁਣੋ, ਪੂਰਬ ਸਭ ਹਿਤ ਕਰਿਓ ਆਹਾਰ, ਜਾਂ ਤੇ ਤੁਮ ਬੈਠੋ ਗੁਰਦੁਆਰ। ਉਸ ਰੱਬ ਨੇ, ਪਰਮੇਸ਼ਰ ਨੇ ਪ੍ਰਾਣੀ ਦੀ ਰਚਨਾ ਬਾਅਦ ਵਿੱਚ ਕੀਤੀ ਹੈ। ਉਹਨੇ ਪਹਿਲੋਂ ਉਹਦੇ ਵਾਸਤੇ ਜਿਹੜਾ ਆਹਾਰ ਹੈ, ਰੋਟੀ ਲੰਗਰ ਹੈ, ਉਹਦੀ ਖੁਰਾਕ ਹੈ, ਪਹਿਲੋਂ ਉਹ ਪੈਦਾ ਕੀਤੀ ਹੈ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਸਾ ਕੀ ਵਾਰ ਦੇ ਵਿੱਚ ਤਾਂ ਹੀ ਬਚਨ ਨੇ ਵਰਤੇ ਨੇ, ਪਹਿਲੋਂ ਦਾਤਾ ਕਿਹਾ ਹੈ ਕਿ ਦਾਤਾ ਕਰਤਾ ਆਪ ਤੂੰ। ਪਹਿਲੋਂ ਦਾਤਾ ਹੈ, ਫਿਰ ਕਰਤਾ ਹੈ। ਔਰ ਬੜੀਆਂ ਸੋਹਣੀਆਂ ਸਾਡੇ ਘਰਾਂ ਪਰਿਵਾਰਾਂ ਦੇ ਵਿੱਚੋਂ ਸਾਡੇ ਸਾਹਮਣੇ ਉਦਾਹਰਨਾਂ ਮਿਲਦੀਆਂ ਨੇ ਕਿ ਮਾਂ ਬੱਚੇ ਨੂੰ ਕਦੇ ਨਾ ਕਦੇ ਉਲਾਂਭਾ ਦੇ ਦਿੰਦੀ, ਬੱਚਾ ਨਲਾਇਕ ਨਿਕਲ ਆਵੇ, ਆਖੇ ਨਾ ਲੱਗੇ, ਤੇ ਮਾਂ ਕਿਤੇ ਉਲਾਂਭਾ ਦੇ ਦਿੰਦੀ ਕਿ ਤੈਨੂੰ ਆਪਣਾ ਦੁੱਧ ਪਿਆ ਕੇ ਵੱਡਾ ਕੀਤਾ, ਪਾਲਿਆ। ਚਲੋ ਬੱਚਿਆਂ ਦਾ ਫਰਜ਼ ਹੈ ਕਿ ਕਦੇ ਉਹਨਾਂ ਨੂੰ ਲੋੜ ਸੀ, ਮਾਂ ਪਿਓ ਨੇ ਸੇਵਾ ਕੀਤੀ, ਮਾਂ ਪਿਓ ਬਜ਼ੁਰਗ ਹੋ ਗਏ, ਬੱਚੇ ਉਹਨਾਂ ਦੀ ਸੇਵਾ ਕਰਨ। ਪਰ ਜਦੋਂ ਮਾਂ ਉਲਾਂਭਾ ਦਿੰਦੀ ਹੈ, ਫਿਰ ਸਤਿਗੁਰੂ ਦੇ ਬਾਣੀ ਦੇ ਬਚਨ ਚੇਤੇ ਹੁੰਦੇ ਨੇ ਕਿ ਮਾਂ ਅਸਲ ਵਿੱਚ ਤੂੰ ਤੇ ਜਰੀਆ ਬਣੀ, ਇਹ ਦੁੱਧ ਤੇਰੇ ਕੋਲ ਨਹੀਂ ਸੀ, ਬੱਚਾ ਨਹੀਂ ਸੀ, ਦੁੱਧ ਵੀ ਨਹੀਂ ਸੀ। ਬੱਚੇ ਦਾ ਜਨਮ ਹੋਇਆ, ਜਨਮ ਤੋਂ ਪਹਿਲੋਂ ਰੱਬ ਨੇ, ਪਰਮੇਸ਼ਰ ਨੇ ਮਾਂ ਨੂੰ ਦੁੱਧ ਬਖਸ਼ਿਆ। ਉਹ ਚਾਹੇ ਮਨੁੱਖ ਹੈ, ਚਾਹੇ ਪਸ਼ੂ ਹੈ, ਪੰਛੀ ਹੈ, ਉਹ ਜਿਹੜੇ ਵੀ ਦੁੱਧ ਦੇਣ ਵਾਲੇ ਨੇ, ਪਹਿਲੋਂ ਜਦੋਂ ਪੈਦਾ ਹੋਇਆ, ਜਨਮ ਤੋਂ ਪਹਿਲੋਂ ਉਹਦੀ ਖੁਰਾਕ ਪੈਦਾ ਕੀਤੀ। ਔਰ ਇਸ ਨੂੰ ਗੁਰੂ ਸਾਹਿਬ ਨੇ ਪਾਵਨ ਬਚਨ ਕਿਹਾ, ਪਹਿਲੇ ਮਾਖਣ ਪਾਛੇ ਦੁੱਧ। ਅਸੀਂ ਤਾਂ ਇਹ ਜਾਣਦੇ ਕਿ ਦੁੱਧ ਪਹਿਲੋਂ ਹੁੰਦਾ, ਉਹਨੂੰ ਜਾਗ ਲਾਈ ਦੀ, ਫਿਰ ਮੱਖਣ ਨਿਕਲਦਾ ਹੈ।
पर सतगुरु जी बाणी ने कहा कि नहीं भाई, मक्खन पहलू ही है, जम्या होया है। रब ने खेड ऐसी बना दी कि बालक का जन्म होना उस तो पहलू ये मक्खन का दुध उन्हें सीर बना दिता। सतगुरु जी कहते हैं भाई, वो रब ने जिन्ने भी प्राणी पैदा किए ने उन्होंने पूरब सब हित करो आहार, पहलों उन्होंने खाण का इंतजाम किया है। या तो तुम बैठो गुरुद्वार, इस करके तुम गुरुद्वारे आके हुण बैठे हो। इत्थे भी जिहड़ा लंगर है, प्रशादा है, ये कोई असी तुसी तैयार नहीं किया, ये रब परमेश्वर ने खाण वास्ते पहलू तैयार करके रखा है। रामदास गुर गिरा बखानी, तो गुरु साहब ने फिर अगे बचन कहे, कहते धरो सिदक उर डोलो नाही, सिमरो वाहिगुरु मन माही। सतगुरु कहते हैं भाई फिर हौसला रखो, डोलो ना। संगत विच नहीं आया गया, नहीं आ सकते, शब्द नहीं पढ़ सकते, नहीं सुन सकते, तो भाई वाहिगुरु कहने विच तो कोई पढ़ाई की लोड़ नहीं, वाहिगुरु कहने वास्ते तो कोई काम छड्ड के बैठने की लोड़ नहीं। ये तो मूँह तो बोलना ही है ना, भाई वाहिगुरु सिमरिया करो, सिमरो वाहिगुरु, तो फिर बोलन की भी लोड़ नहीं। कहते मन माहो, जे तुसी हल वाउंदे हल वाउंदिया वाहिगुरु वाहिगुरु मन दे विच बोलते रहो, किहड़ा जोर लगना है। काम कर दो, काम करी जाओ, क्योंकि भगत जी ने तो पावन बचन कहे ने, हाथ पाओ कर काम सब, चेत निरंजन नाल। हाथ पैर तो रब ने दिते काम करने वास्ते। भाई ये परिवारिक जिहड़े धंधे ने, कामकार ने, ये भी करने ने, साडियां जिम्मेवारियां ने, पर मन करके सिमरो, वाहिगुरु सिमरो। पूरब धरो सिदक उर डोलो नाही, सिमरो वाहिगुरु मन माही। तुमरे सन बंदे समुदाय, सबको रिजक तहां पहुँचाए। तुसे रिजक दे परवाह नहीं करनी। कहते तुमरे सन बंदे समझाए, जिन्ने साग संबंधी रिश्तेदार ने ना, सबको रिजक तहां पहुँचाए। रब परमेश्वर ने रिजक उन्होंने आपो आप ही पहुँचा देना है। देखो कई बारी सानू लगता है कि शायद घर साडे करके चलता है, जे मैं ना रहा तो घर का की बनेगा, परिवार का की बनेगा। और साडे सामने कई बारी घटना वापर जाती है। इको एक परिवार दे विच हुंदा कमाउण वाला, किते एक्सीडेंट हो गया, मौत हो गई, परिवार का गुजारा औखा चलता है, पर चलता तो है ना। कोई ना कोई ढोई रब जिहड़ा है परमेश्वर लाउंदा है। तुमरो रिजक इहां गुरदेह, जन्म सुधारो परखोए हो। हुण सतगुरु जी कहंदे ने भाई तुसीं इत्थे आए हो ना, तुसीं हुण इत्थे रहो। रब ने परमेश्वर ने इत्थे तुहानूं रिजक देना है, इत्थे ते लंगर तैयार है, गुरु की कृपा है। तुसीं परख करके वेख लो, तुसीं इत्थे रहो, इत्थे रब ने तुहानूं रिजक इत्थे देना है। तुहाडे साग संबंधी रिश्तेदार परिवार वो जिथे भी बैठे ने, रब ने रिजक फिर भी दे जाना है। क्योंकि भुलेखा ये सी ना, असीं कम्मां धंधिਆਂ ਦੇ ਵਿੱਚ फसे, साडे कोल समा नहीं। सुन तीनों निज पुत्र बुलाए, कहो तरुणता तुम अब पाए। कहते ये सुन के वो तिने फिर घर ते नहीं गए, आपो अपने घरे सिणा भेजिया अपने पुत्रां नूं उत्थे ही। धन गुरु रामदास महाराज जी के चरणों में बुलाया, तो आपो अपने पुत्रां नूं तिन्हां ने समझाया, देखो हुण तुसीं जवान हो गए, भावें पर जवानी हजे नहीं, पर जवान हो गए, करन जोगे हो गए हो। भय किरत लायक निर्धारो, अब घर को सब कार संभारो। हुण तुसीं जो चाहो कारज किरत कर सकते हो। भाई हुण देखो तुसीं हथ पैर हिलाओ, अपने घर नूं तुसीं आप संभना है, आप चलाउणा है। क्योंकि अज तो असीं गुरु चरणों दे विच रह गए, असीं घर विच आके काम वास्ते धंधे वास्ते ते आउणा ही नहीं। उदम करो लाभ होए जेता, गुर को दसवंध कढ हो तेता। और नाल ही अपने पुत्रां नूं समझाउंदे ने, भाई उदम करो,
और एक गुरु साहब का उपदेश भी है, गुरु के सिख ने उदम करना है। और भाई साहब भाई गुरदास भी कहते ने, घाल खाए किश हथों दे नानक राह पछाणे से। किरत करनी है, घालना घालनी है। और गुरु साहब की बाणी कहते असल में रब का राह पछाणे उन्हें जिन्हों ने आप घालना घाली, कमाया अपने परिवार तो वध। कहते पहलों जो गुरु का दसवंध है वो कढ़िया है, राह पछाणे उन्होंने हुण ये तिन्नों समझाते हैं कि भाई उदम करो जिंदे नाल लाभ होवे, और जिन्ना लाभ होवे गुरु को दसवंध कढ़ दिता। ईमानदारी नाल उहदे विचों गुरु का दसवंध कढ़ो, गुरु के नाम ते दसवंध कढ़ो। आवे सिख करो ते सेवा, हम अब रहे हैं द्वार गुरुदेवा। पूरे तिन्ने कहते ने भाई असीं ते अज तो गुरु द्वारे दे विच रहना है। घर दे विच कोई लंघदा टपदा गुरु का सिख आ जाए तो भाई उस सिख की बड़े प्यार नाल सेवा भी करनी है। पानी पक्खा सेव कमावे, सत संगत कार सेव रिझावे। सिख घर विच आ जाण उन्होंने जल छकाओ, हथ पैर धवाओ, पक्खा फेरो, उन्हों की जिन्नी सेवा होवे सेवा कमाओ। तो उन्हों के नाल जिन्ना समा बतीत होवे बस सत संगत कर सेव रिझावो। वो जिहड़ा समा है वो फिर गल्लां बातां नहीं, वो सत संगत विच बतीत करो। और गुरु के गल्लां होण, गुरु की बातां होण, यही सत संगत है। कथा कीर्तन सुने आनंदे, होए प्राप्त कल्याण बिलंदे। और आपो अपने पुत्रां नूं तिन्ने समझाउंदे ने कि भाई देखो धर्मशाला विच जाके सवेरे शाम जिन्ना समा मिले उत्थे जाके कथा सुननी है, कीर्तन सुनना है, आनंद प्राप्त होएगा, कल्याण होएगा। एम तुमरे पे होए कल्याण, एम सिक्ख्या दे कुटुंब महान। हुण ये सिख कहते हैं असी अपने कल्याण वास्ते गुरु के चरणों में रहना है, गुरुद्वारे में रहना है। तुसीं घर विच रह के ये काम करने दे नाल तुहाडी भी कल्याण होएगी, घर परिवार का भी भला होएगा। करन लगे गुर सेवक नेरे, प्राप्त मुक्त अंत के बेरी। कहते ये तिन्ने आप गुरु के दर ते रह के बड़ी घालना इन्होंने घाली, बड़ी सेवा कमाई। और गुरु साहब जी कहते हैं जिन्होंने सेवा की वो सेवा चित ला के को करे तो अज भी प्रवान होंदी है। सतगुरु की सेवा सफल है जे को करे चित लाए, इन्ना को चित ला के की कि प्राप्त मुक्त अंत की बेरी। सिमरन करदे करदे शरीर नूं छड्डिया, अंत वेले नूं उन्हां नूं इह जन्म मरण तो मुक्ति मिली। सतगुर के तन बिखै समाए, जन्म मरण के बंध मिटाए। क्योंकि सेवा करदे करदे ये गुरु का रूप ही हो गए सन, सिमरन करदे करदे गुरु दे विच जिउंदे समा गए सन। और शरीर छड्डण तो बाद भी कहते जन्म मरण के बंध मिटाए। और ये सतगुरु के पावन बचन ने, कला कवि संतोख सिंह नहीं लिख रहा, सतगुरु जी ने पावन बचन कहे ने कि जिन हर जपिया से हर होए, हर मिलिया केल कलाली। जिन्हों ने जपिया वो हरि का रूप ही हो गए, रब नूं जपण वाले रब ही हो गए। इन्हां नूं कल्याण मिली। कविराज ने इत्थे ये अध्याय खत्म किया। अगला अध्याय नंबर 18 कल तो शुरू करांगे। इस अध्याय विच भी गुरु साहब ने कृपा की, सिखां नूं उपदेश ही दिता है। और अध्याय का नाम ही सिखां नूं उपदेश है। जिवें गुरु साहब जी कृपा करनगे वो कल विचारांगे। होईयां भुल्लां दी खिमा। आओ 1-2 मिनट होर रसना दे नाल हाज़री लवाइए, फिर समाप्ति है जी। वाहेगुरु 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 वाहेगुरु। वाहेगुरु वाहेगुरु वाहेगुरु
ਵਾਹਿਗੁਰੂ। ਵਾਹਿਗੁਰੂ